ਸ਼ਮੂਏਲ ਦੀ ਪਹਿਲੀ ਅਤੇ ਦੂਜੀ ਕਿਤਾਬ। ਇਹ ਅੱਜ ਸਾਡੀ ਬਾਈਬਲ ਵਿੱਚ ਦੋ ਅਲੱਗ-ਅਲੱਗ ਕਿਤਾਬਾਂ ਹਨ, ਪਰ ਇਹਨਾਂ ਨੂੰ ਵੱਖ ਕੇਵਲ ਕਿਤਾਬਾਂ ਦੇ ਵੱਡੇ ਹੋਣ ਦੇ ਕਾਰਨ ਕੀਤਾ ਗਿਆ ਹੈ। ਮੁੱਢਲੇ ਤੌਰ ਤੇ ਇਸ ਨੂੰ ਇਕਸਾਰ ਕਹਾਣੀ ਵਜੋਂ ਲਿਖਿਆ ਗਿਆ ਸੀ। ਅਸੀਂ ਇਸ ਵੀਡੀਓ ਵਿੱਚ ਕੇਵਲ ਪਹਿਲੇ ਸ਼ਮੂਏਲ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸਰਾਇਲ ਨੂੰ ਮਿਸਰ ਤੋਂ ਬਚਾਏ ਜਾਣ ਤੋਂ ਬਾਅਦ ਉਹਨਾਂ ਨੇ ਸਨਈ ਪਹਾੜ ਤੇ ਪਰਮੇਸ਼ਵਰ ਨਾਲ ਇੱਕ ਨੇਮ ਬੰਨਿਆ ਅਤੇ ਫਿਰ ਉਹ ਵਾਅਦਾ ਕੀਤੇ ਦੇਸ਼ ਵਿੱਚ ਦਾਖਲ ਹੋਏ ਅਤੇ ਉੱਥੇ ਇਸਰਾਇਲ ਨੂੰ ਪਰਮੇਸ਼ਵਰ ਨਾਲ ਵਿਸ਼ਵਾਸਯੋਗ ਹੋਣਾ ਸੀ, ਅਰਥਾਤ ਨੇਮ ਦੀਆਂ ਆਗਿਆਵਾਂ ਦਾ ਪਾਲਣ ਕਰਨਾ ਸੀ। ਸ਼ਮੂਏਲ ਦੀ ਕਿਤਾਬ ਤੋਂ ਪਹਿਲਾਂ ਨਿਆਂਇਆਂ ਦੀ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਇਸਰਾਇਲ ਬਹੁਤ ਦੇਰ ਤੱਕ ਉਸ ਕੰਮ ਵਿੱਚ ਅਸਫਲ ਰਿਹਾ। ਇਹ ਨੈਤਿਕ ਗੜਬੜੀ ਦਾ ਸਮਾਂ ਸੀ ਅਤੇ ਇਹ ਇਸਰਾਇਲ ਵਿੱਚ ਬੁੱਧੀਮਾਨ ਅਤੇ ਵਿਸ਼ਵਾਸਯੋਗ ਆਗੂਆਂ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਸ਼ਮੂਏਲ ਦੀ ਕਿਤਾਬ ਇਸੇ ਹੀ ਜ਼ਰੂਰਤ ਦਾ ਜਵਾਬ ਹੈ। ਸ਼ਮੂਏਲ ਦੀ ਕਿਤਾਬ ਦੀ ਕਹਾਣੀ ਤਿੰਨ ਮੁੱਖ ਪਾਤਰਾਂ ਤੇ ਕੇਂਦਰਿਤ ਹੈ। ਸ਼ਮੂਏਲ ਨਬੀ, ਜਿੱਥੋਂ ਕਿਤਾਬ ਨੂੰ ਉਸ ਦਾ ਨਾਮ ਮਿਲਦਾ ਹੈ, ਰਾਜਾ ਸ਼ਾਉਲ ਅਤੇ ਫਿਰ ਰਾਜਾ ਦਾਊਦ, ਅਤੇ ਇਹਨਾਂ ਤਿੰਨਾਂ ਨੇ ਇਸਰਾਇਲ ਨੂੰ ਨਿਆਂਇਆਂ ਦੇ ਦੁਆਰਾ ਸ਼ਾਸਨ ਕਰ ਰਹੇ ਗੋਤਾਂ ਦੇ ਸਮੂਹ ਤੋਂ ਯਰੂਸ਼ਲਮ ਵਿੱਚ ਰਾਜਾ ਦਾਊਦ ਦੁਆਰਾ ਬਣਾਏ ਇੱਕ ਸੰਯੁਕਤ ਰਾਜ ਵਿੱਚ ਤਬਦੀਲ ਕਰ ਦਿੱਤਾ। ਅਤੇ ਸ਼ਮੂਏਲ ਦੀ ਕਿਤਾਬ ਇੱਕ ਸ਼ਾਨਦਾਰ ਰਚਨਾ ਹੈ ਜੋ ਇਹਨਾਂ ਤਿੰਨਾਂ ਪਾਤਰਾਂ ਨੂੰ ਚਾਰ ਮੁੱਖ ਭਾਗਾਂ ਵਿੱਚ ਇਕਸਾਰ ਬੁਣਦੀ ਹੈ। ਕਿਤਾਬ ਦੇ ਪਹਿਲੇ ਭਾਗ ਵਿੱਚ ਸ਼ਮੂਏਲ ਇੱਕ ਪ੍ਰਮੁੱਖ ਆਗੂ ਅਤੇ ਨਬੀ ਹੈ, ਪਰ ਉਹ ਅਗਲੇ ਭਾਗ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੋ ਕਿ ਸ਼ਾਉਲ ਦੀ ਕਹਾਣੀ ਹੈ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਸ਼ਾਉਲ ਦਾ ਤਾਕਤ ਵਿੱਚ ਆਉਣਾ ਅਤੇ ਫਿਰ ਉਸ ਦੀਆਂ ਅਸਫਲਤਾਵਾਂ, ਅਤੇ ਦੂਸਰਾ ਭਾਗ ਉਸ ਦੇ ਪਤਨ ਅਤੇ ਦੁਖਦਾਈ ਮੌਤ ਦੇ ਬਾਰੇ ਹੈ। ਅਤੇ ਫਿਰ ਸ਼ਾਉਲ ਦੀ ਮੌਤ ਨੂੰ ਦਾਊਦ ਦਾ ਗੱਦੀ ਤੇ ਬੈਠਣ ਨਾਲ ਮਿਲਾਨ ਕੀਤਾ ਜਾਂਦਾ ਹੈ ਅਤੇ ਤਦ ਦਾਊਦ ਦੀ ਕਹਾਣੀ ਨੂੰ ਵੀ ਦੋ ਭਾਗਾਂ ਵਿੱਚ ਵਿਖਾਇਆ ਗਿਆ ਹੈ। ਸਭ ਤੋਂ ਪਹਿਲਾਂ ਉਹ ਆਪਣੀ ਸਫਲਤਾ ਦਾ ਆਨੰਦ ਮਾਣਦਾ ਹੈ ਅਤੇ ਫਿਰ ਉਹ ਆਪਣੀ ਵਿਅਕਤੀਗਤ ਦੁਖਦਾਈ ਹਾਰ ਤੋਂ ਬਾਅਦ ਆਪਣੇ ਪਰਿਵਾਰ ਦੇ ਪਤਨ ਤੋਂ ਦੁਖਦ ਅਸਫਲਤਾ ਦਾ ਸਾਹਮਣਾ ਕਰਦਾ ਹੈ। ਕਿਤਾਬ ਇੱਕ ਉਪਲੇਖ ਨਾਲ ਸਮਾਪਤ ਹੁੰਦੀ ਹੈ ਜੋ ਪੂਰੀ ਕਹਾਣੀ ਨੂੰ ਦੁਬਾਰਾ ਦਰਸਾਉਂਦੀ ਹੈ। ਇਸ ਲਈ ਆਓ ਅੱਗੇ ਹੋਰ ਗਹਿਰਾਈ ਵਿੱਚ ਜਾਂਦੇ ਹਾਂ ਅਤੇ ਪਰਤਾਂ ਨੂੰ ਫਰੋਲਦੇ ਹਾਂ। ਭਾਗ ਇੱਕ ਕਹਾਣੀ ਨੂੰ ਨਿਆਂਇਆਂ ਦੀ ਕਿਤਾਬ ਤੋਂ ਅੱਗੇ ਵਧਾਉਂਦਾ ਹੈ ਜਿੱਥੇ ਗੜਬੜੀ ਪਾਈ ਜਾਂਦੀ ਹੈ, ਅਤੇ ਤਦ ਸਾਨੂੰ ਹੰਨਾ ਨਾਮਕ ਔਰਤ ਦੇ ਵਿਸ਼ੇ ਵਿੱਚ ਦਿਲ ਨੂੰ ਛੂਹਣ ਵਾਲੀ ਕਹਾਣੀ ਦੱਸੀ ਗਈ ਹੈ ਜੋ ਬਹੁਤ ਦੁਖੀ ਹੈ ਕਿਉਂਕਿ ਉਸ ਦੇ ਕੋਲ ਕੋਈ ਬੱਚਾ ਨਹੀਂ ਹੈ, ਅਤੇ ਪਰਮੇਸ਼ਵਰ ਦੀ ਕਿਰਪਾ ਨਾਲ ਆਖਿਰ ਉਸ ਨੂੰ ਸ਼ਮੂਏਲ ਨਾਮਕ ਇੱਕ ਪੁੱਤਰ ਮਿਲਦਾ ਹੈ। ਅਤੇ ਅਧਿਆਇ 2 ਵਿੱਚ ਉਹ ਆਨੰਦ ਨਾਲ ਭਰ ਕੇ ਇੱਕ ਸ਼ਾਨਦਾਰ ਗੀਤ ਗਾਉਂਦੀ ਹੈ, ਅਤੇ ਇਹ ਗੀਤ ਇਸ ਵਿਸ਼ੇ ਬਾਰੇ ਹੈ ਕਿ ਪਰਮੇਸ਼ਵਰ ਕਿਸ ਤਰ੍ਹਾਂ ਘਮੰਡੀਆਂ ਦਾ ਵਿਰੋਧ ਅਤੇ ਨਿਮਰ ਲੋਕਾਂ ਨੂੰ ਉੱਚਾ ਕਰਦਾ ਹੈ, ਅਤੇ ਕਿਸ ਤਰ੍ਹਾਂ ਵਿਵਤਾਵਾਂ ਅਤੇ ਮਨੁੱਖੀ ਬੁਰਾਈ ਦੇ ਬਾਵਜੂਦ ਪਰਮੇਸ਼ਵਰ ਇਤਿਹਾਸ ਵਿੱਚ ਆਪਣੇ ਉਦੇਸ਼ ਨੂੰ ਪੂਰਾ ਕਰ ਰਿਹਾ ਹੈ। ਅਤੇ ਇਸ ਵਿਸ਼ੇ ਬਾਰੇ ਵੀ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਇੱਕ ਦਿਨ ਆਪਣੇ ਲੋਕਾਂ ਦੇ ਲਈ ਮਸਾ ਕੀਤਾ ਹੋਇਆ ਰਾਜਾ ਖੜਾ ਕਰੇਗਾ। ਹੁਣ ਹੰਨਾ ਦਾ ਗੀਤ ਕਿਤਾਬ ਦੇ ਆਰੰਭ ਵਿੱਚ ਉਹਨਾਂ ਪ੍ਰਮੁੱਖ ਵਿਸ਼ਿਆਂ ਨੂੰ ਵਿਖਾਉਣ ਲਈ ਰੱਖਿਆ ਗਿਆ ਹੈ ਜਿਸ ਨੂੰ ਅਸੀਂ ਪੂਰੀ ਕਹਾਣੀ ਵਿੱਚ ਦੇਖਾਂਗੇ। ਇਸੇ ਤਰ੍ਹਾਂ ਅਗਲੇ ਭਾਗ ਵਿੱਚ ਵੀ ਹੈ। ਸ਼ਮੂਏਲ ਵੱਡਾ ਹੋ ਕੇ ਇਸਰਾਇਲ ਦੇ ਲੋਕਾਂ ਦਾ ਇੱਕ ਮਹਾਨ ਨਬੀ ਅਤੇ ਆਗੂ ਬਣ ਜਾਂਦਾ ਹੈ। ਉਸੇ ਸਮੇਂ ਫਿਲਿਸਤੀ ਲੋਕ ਇਸਰਾਇਲ ਦੇ ਦੁਸ਼ਮਣ ਦੇ ਰੂਪ ਵਿੱਚ ਆਪਣੀ ਤਾਕਤ ਵਧਾ ਚੁੱਕੇ ਹਨ, ਅਤੇ ਇਸ ਮਹੱਤਵਪੂਰਨ ਲੜਾਈ ਵਿੱਚ ਇਸਰਾਇਲੀ ਹੰਕਾਰੀ ਹੋ ਜਾਂਦੇ ਹਨ ਅਤੇ ਪ੍ਰਾਰਥਨਾ ਕਰਨ ਜਾਂ ਪਰਮੇਸ਼ਵਰ ਤੋਂ ਮਦਦ ਮੰਗਣ ਦੀ ਬਜਾਏ ਉਹ ਜਾਦੂ ਦੇ ਚਿੰਨ੍ਹ ਦੇ ਰੂਪ ਵਿੱਚ ਵਾਚਾ ਦੇ ਸੰਦੂਕ ਨੂੰ ਬਾਹਰ ਕੱਢ ਦਿੰਦੇ ਹਨ, ਜਿਵੇਂ ਉਹ ਹੀ ਖੁਦ ਉਹਨਾਂ ਨੂੰ ਜੰਗ ਵਿੱਚ ਜਿੱਤ ਦੇਵੇਗਾ। ਇਸ ਲਈ ਉਹਨਾਂ ਦੇ ਹੰਕਾਰ ਦੇ ਕਾਰਨ ਪਰਮੇਸ਼ਵਰ ਇਸਰਾਇਲ ਨੂੰ ਯੁੱਧ ਵਿੱਚ ਹਾਰਨ ਦਿੰਦਾ ਹੈ ਅਤੇ ਸੰਦੂਕ ਚੋਰੀ ਹੋ ਜਾਂਦਾ ਹੈ। ਫਿਲਿਸਤੀਆਂ ਨੇ ਸੰਦੂਕ ਨੂੰ ਲਿਆ ਅਤੇ ਆਪਣੇ ਦੇਵਤਾ ਦਾਗੋਨ ਦੇ ਮੰਦਿਰ ਵਿੱਚ ਰੱਖ ਦਿੱਤਾ, ਅਤੇ ਫਿਰ ਇਸਰਾਇਲ ਦੇ ਪਰਮੇਸ਼ਵਰ ਨੇ ਲੋਕਾਂ ਦੇ ਬਵਾ ਭੇਜ ਕੇ ਫਿਲਿਸਤੀਆਂ ਅਤੇ ਦੇਵਤਾ ਦਾਗੋਨ ਨੂੰ ਸੈਨਾ ਦੇ ਬਿਨਾਂ ਹੀ ਹਰਾ ਦਿੱਤਾ। ਅਤੇ ਹੁਣ ਫਿਲਿਸਤੀਆਂ ਨੂੰ ਸੰਦੂਕ ਨਹੀਂ ਚਾਹੀਦਾ ਸੀ, ਜ਼ਾਹਿਰ ਹੈ, ਅਤੇ ਉਹ ਇਸ ਨੂੰ ਵਾਪਸ ਇਸਰਾਇਲ ਭੇਜ ਦਿੰਦੇ ਹਨ। ਅਤੇ ਇਸ ਛੋਟੀ ਜਿਹੀ ਕਹਾਣੀ ਤੋਂ ਜੋ ਗੱਲ ਨਿਕਲ ਕੇ ਆਉਂਦੀ ਹੈ ਜੋ ਕਿ ਇਹ ਹੈ, ਪਰਮੇਸ਼ਵਰ ਇਸਰਾਇਲ ਦੀ ਜਿੱਤ ਦਾ ਚਿੰਨ੍ਹ ਨਹੀਂ ਹੈ, ਉਹ ਫਿਲਿਸਤੀਆਂ ਤੇ ਨਾਲ ਹੀ ਆਪਣੇ ਲੋਕਾਂ ਦੇ ਹੰਕਾਰ ਦਾ ਵਿਰੋਧ ਕਰਦਾ ਹੈ। ਅਤੇ ਇਸ ਲਈ ਜੇਕਰ ਇਸਰਾਇਲ ਪਰਮੇਸ਼ਵਰ ਦੇ ਨੇਮ ਦੀ ਬਰਕਤ ਦਾ ਅਨੁਭਵ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਹਲੀਮ ਅਤੇ ਆਗਿਆਕਾਰੀ ਰਹਿਣ ਦੀ ਜ਼ਰੂਰਤ ਹੈ, ਜੋ ਅਗਲੇ ਵੱਡੇ ਭਾਗ ਵਿੱਚ ਨਜ਼ਰ ਆਉਂਦਾ ਹੈ। ਹੁਣ ਇਸਰਾਇਲੀ ਸ਼ਮੂਏਲ ਦੇ ਕੋਲ ਆ ਕੇ ਕਹਿੰਦੇ ਹਨ, ਸੁਣੋ, ਸਾਨੂੰ ਵੀ ਦੂਸਰੇ ਦੇਸ਼ਾਂ ਦੀ ਤਰ੍ਹਾਂ ਇੱਕ ਰਾਜਾ ਚਾਹੀਦਾ ਹੈ, ਜਾਓ ਸਾਡੇ ਲਈ ਇੱਕ ਰਾਜਾ ਲੱਭੋ। ਅਤੇ ਫਿਰ ਸ਼ਮੂਏਲ ਥੋੜਾ ਦੁਖੀ ਹੁੰਦਾ ਹੈ ਅਤੇ ਪਰਮੇਸ਼ਵਰ ਨਾਲ ਸਲਾਹ ਕਰਨ ਲਈ ਜਾਂਦਾ ਹੈ, ਅਤੇ ਪਰਮੇਸ਼ਵਰ ਹਾਂ ਕਰਦਾ ਅਤੇ ਕਹਿੰਦਾ ਹੈ ਕਿ ਉਹਨਾਂ ਦੇ ਸਾਰੇ ਉਦੇਸ਼ ਗਲਤ ਹਨ, ਪਰ ਫਿਰ ਵੀ ਜੇ ਉਹ ਇੱਕ ਰਾਜਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੇ ਦਿਓ। ਅਤੇ ਹੁਣ ਸਾਡੀ ਜਾਣ ਪਛਾਣ ਸ਼ਾਉਲ ਨਾਲ ਹੁੰਦੀ ਹੈ। ਹੁਣ ਸ਼ਾਉਲ ਇੱਕ ਦੁਖਦਾਈ ਕਿਰਦਾਰ ਹੈ ਕਿਉਂਕਿ ਉਸ ਦਾ ਆਰੰਭ ਬਹੁਤ ਉਮੀਦਾਂ ਨਾਲ ਭਰਿਆ ਹੈ। ਉਹ ਲੰਬਾ ਹੈ ਅਤੇ ਸੋਹਣਾ ਦਿਖਦਾ ਹੈ। ਉਹ ਰਾਜਾ ਹੋਣ ਲਈ ਇੱਕ ਸੰਪੂਰਨ ਉਮੀਦਵਾਰ ਹੈ, ਪਰ ਉਸ ਦੇ ਚਰਿੱਤਰ ਵਿੱਚ ਕਮੀਆਂ ਹਨ। ਉਹ ਬੇਈਮਾਨ ਹੈ, ਉਸ ਵਿੱਚ ਖਰਿਆਈ ਦੀ ਘਾਟ ਹੈ, ਅਤੇ ਉਹ ਆਪਣੀ ਗਲਤੀ ਮੰਨਣਾ ਨਹੀਂ ਚਾਹੁੰਦਾ।
ਅਤੇ ਇਸ ਲਈ ਇਹੀ ਕਮੀਆਂ ਉਸ ਦੇ ਪਤਨ ਦਾ ਕਾਰਨ ਬਣਦੀਆਂ ਹਨ। ਪਹਿਲਾਂ ਉਹ ਕੁਝ ਲੜਾਈਆਂ ਜਿੱਤਦਾ ਹੈ, ਪਰ ਉਸ ਦੀਆਂ ਕਮੀਆਂ ਇੰਨੀਆਂ ਡੂੰਘੀਆਂ ਹਨ ਕਿ ਉਹ ਅੰਤ ਤੱਕ ਪਰਮੇਸ਼ਵਰ ਦੀਆਂ ਆਗਿਆਵਾਂ ਦਾ ਉਲੰਘਣ ਕਰਕੇ ਖੁਦ ਨੂੰ ਅਯੋਗ ਘੋਸ਼ਿਤ ਕਰ ਦਿੰਦਾ ਹੈ। ਤਦ ਬਜ਼ੁਰਗ ਸ਼ਮੂਏਲ ਸ਼ਾਊਲ ਅਤੇ ਇਸਰਾਇਲ ਦਾ ਵਿਰੋਧ ਕਰਦਾ ਹੈ। ਉਸਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਲਈ ਕੇਵਲ ਉਹੀ ਰਾਜਾ ਲਾਭਦਾਇਕ ਹੋਵੇਗਾ ਜੋ ਨਿਮਰ ਅਤੇ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸਯੋਗ ਰਹੇਗਾ, ਨਹੀਂ ਤੇ ਇਸਰਾਇਲ ਦੇ ਰਾਜੇ ਵਿਨਾਸ਼ ਹੀ ਲੈ ਕੇ ਆਉਣਗੇ। ਉਹ ਸ਼ਾਊਲ ਨੂੰ ਦੱਸਦਾ ਹੈ ਕਿ ਪਰਮੇਸ਼ਵਰ ਉਸ ਦੀ ਜਗ੍ਹਾ ਇੱਕ ਨਵਾਂ ਰਾਜਾ ਖੜਾ ਕਰਨ ਜਾ ਰਿਹਾ ਹੈ। ਸੋ ਇਸ ਦੇ ਨਾਲ ਹੀ ਸ਼ਾਊਲ ਦਾ ਪਤਨ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਸਮੇਂ ਪਰਮੇਸ਼ਵਰ ਨਵੇਂ ਰਾਜਾ ਨੂੰ ਖੜਾ ਕਰਨ ਦੇ ਲਈ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਹੈ। ਉਹ ਦਾਊਦ ਨਾਮਕ ਛੋਟਾ ਜਿਹਾ ਚਰਵਾਹਾ ਬਾਲਕ ਹੈ। ਉਸ ਵਿੱਚ ਰਾਜਾ ਬਣਨ ਦੀ ਸਭ ਤੋਂ ਘੱਟ ਉਮੀਦ ਸੀ, ਪਰ ਦਾਊਦ ਅਤੇ ਗੋਲੀਅਤ ਦੀ ਪ੍ਰਸਿੱਧ ਕਹਾਣੀ ਦੱਸਦੀ ਹੈ ਕਿ ਦਾਊਦ ਦੇ ਲਈ ਪਰਮੇਸ਼ਵਰ ਦੀ ਚੋਣ ਉਸ ਦੇ ਪਰਿਵਾਰ ਦੀ ਸਥਿਤੀ ਅਨੁਸਾਰ ਨਹੀਂ, ਬਲਕਿ ਇਸਰਾਇਲ ਦੇ ਪਰਮੇਸ਼ਵਰ ਅਤੇ ਆਪਣੇ ਸੰਪੂਰਨ ਅਤੇ ਸਮਰਪਿਤ ਵਿਸ਼ਵਾਸ ਦੇ ਆਧਾਰ ਤੇ ਸੀ। ਅਤੇ ਇਸ ਲਈ ਇਹ ਕਹਾਣੀ ਹੰਨਾ ਦੇ ਗੀਤ ਦੇ ਸਾਰੇ ਵਿਸ਼ਿਆਂ ਨੂੰ ਦਰਸਾਉਂਦੀ ਹੈ। ਹੰਕਾਰੀ ਸ਼ਾਊਲ ਅਤੇ ਗੋਲੀਅਤ ਨੂੰ ਨੀਵਾਂ ਕੀਤਾ ਗਿਆ, ਬਲਕਿ ਨਿਮਰ ਦਾਊਦ ਨੂੰ ਉੱਚਾ ਕੀਤਾ ਗਿਆ। ਇੱਥੋਂ ਅਸੀਂ ਦੇਖਦੇ ਹਾਂ ਕਿ ਸ਼ਾਊਲ ਹੌਲੀ-ਹੌਲੀ ਪਾਗਲਪਨ ਦੇ ਵੱਲ ਵੱਧਦਾ ਹੈ, ਜਦਕਿ ਦਾਊਦ ਸਿੰਘਾਸਨ ਦੀ ਵੱਲ ਵੱਧਦਾ ਹੈ। ਦਾਊਦ ਸ਼ਾਊਲ ਦੇ ਸੈਨਾਪਤੀ ਵਜੋਂ ਕੰਮ ਕਰਨਾ ਸ਼ੁਰੂ ਕਰਦਾ ਹੈ ਅਤੇ ਉਹ ਸਭ ਲੜਾਈਆਂ ਨੂੰ ਜਿੱਤਦਾ ਹੈ ਅਤੇ ਸਾਰੀ ਪ੍ਰਸਿੱਧੀ ਵੀ ਹਾਸਿਲ ਕਰਦਾ ਹੈ। ਅਤੇ ਇਸ ਲਈ ਸ਼ਾਊਲ ਨੂੰ ਈਰਖਾ ਹੋਣ ਲੱਗਦੀ ਹੈ ਅਤੇ ਉਹ ਦਾਊਦ ਦਾ ਪਿੱਛਾ ਕਰਦਾ ਹੈ, ਉਸ ਨੂੰ ਲੱਭਦਾ ਹੈ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਦਾਊਦ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਅਤੇ ਇਸ ਲਈ ਦਾਊਦ ਭੱਜ ਕੇ ਉਜਾੜ ਵਿੱਚ ਇੰਤਜ਼ਾਰ ਕਰਦਾ ਹੈ। ਇੱਥੇ ਅਸੀਂ ਦਾਊਦ ਦੇ ਅਸਲ ਚਰਿੱਤਰ ਨੂੰ ਵੇਖਦੇ ਹਾਂ। ਉਸ ਦੇ ਕੋਲ ਸ਼ਾਊਲ ਨੂੰ ਮਾਰਨ ਦੇ ਕਈ ਮੌਕੇ ਆਉਂਦੇ ਹਨ, ਪਰ ਉਹ ਉਸ ਨੂੰ ਨਹੀਂ ਮਾਰਦਾ। ਔਰ ਸ਼ਾਊਲ ਦੀ ਬੁਰਾਈ ਦੇ ਬਾਵਜੂਦ ਸਿਰਫ ਇਹ ਭਰੋਸਾ ਰੱਖਦਾ ਹੈ ਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਲਈ ਇੱਕ ਰਾਜਾ ਖੜਾ ਕਰੇਗਾ। ਦਿਲਚਸਪ ਗੱਲ ਇਹ ਹੈ ਕਿ ਦਾਊਦ ਦੇ ਕਈ ਜ਼ਬੂਰ, ਜਿਨ੍ਹਾਂ ਨੂੰ ਅਸੀਂ ਜ਼ਬੂਰਾਂ ਦੀ ਪੋਥੀ ਵਿੱਚ ਪਾਉਂਦੇ ਹਾਂ, ਉਸ ਦੇ ਜੀਵਨ ਦੇ ਇਸੇ ਹੀ ਸਮੇਂ ਨਾਲ ਜੁੜੇ ਹੋਏ ਹਨ ਅਤੇ ਉਹ ਸਾਰੇ ਵਿਸ਼ਵਾਸ ਦੇ ਇੱਕੋ ਜਿਹੇ ਵਤੀਰੇ ਨੂੰ ਪ੍ਰਗਟ ਕਰਦੇ ਹਨ। ਕਿਤਾਬ ਦਾ ਇਹ ਪਹਿਲਾ ਭਾਗ ਫਿਲਿਸਤੀਆਂ ਦੇ ਨਾਲ ਯੁੱਧ ਵਿੱਚ ਹਾਰਨ ਤੋਂ ਬਾਅਦ ਅਤੇ ਸ਼ਾਊਲ ਦੀ ਭਿਆਨਕ ਮੌਤ ਨਾਲ ਸਮਾਪਤ ਹੁੰਦਾ ਹੈ। ਪਹਿਲੇ ਸ਼ਮੂਏਲ ਵਿੱਚ ਕੁਝ ਸਭ ਤੋਂ ਗੁੰਝਲਦਾਰ ਅਤੇ ਵਧੀਆ ਢੰਗ ਨਾਲ ਬਾਈਬਲ ਵਿੱਚ ਦੱਸੀਆਂ ਗਈਆਂ ਕਹਾਣੀਆਂ ਹਨ। ਇਸ ਵਿੱਚ ਸ਼ਾਊਲ ਜਾਂ ਦਾਊਦ ਜਿਹੇ ਪਾਤਰਾਂ ਨੂੰ ਬਹੁਤ ਯਥਾਰਥ ਰੂਪ ਨਾਲ ਦਰਸਾਇਆ ਗਿਆ ਹੈ ਅਤੇ ਲੇਖਕ ਉਹਨਾਂ ਨੂੰ ਚਰਿੱਤਰ ਅਧਿਐਨ ਕਰਨ ਲਈ ਰੱਖਦਾ ਹੈ ਤਾਂ ਜੋ ਤੁਸੀਂ ਉਹਨਾਂ ਵਿੱਚ ਖੁਦ ਨੂੰ ਦੇਖ ਸਕੋ। ਸ਼ਾਊਲ ਦੀ ਕਹਾਣੀ ਦੇ ਵਿੱਚ ਅਸੀਂ ਇੱਕ ਚੇਤਾਵਨੀ ਵੇਖਦੇ ਹਾਂ। ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਚਰਿੱਤਰ ਦੀਆਂ ਕਮੀਆਂ ਉੱਤੇ ਧਿਆਨ ਦੇਈਏ ਅਤੇ ਇਹ ਵੀ ਕਿ ਇਹ ਸਾਨੂੰ ਅਤੇ ਹੋਰ ਲੋਕਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਪਰਮੇਸ਼ਵਰ ਦੀ ਸਹਾਇਤਾ ਨਾਲ ਸਾਨੂੰ ਖੁਦ ਨੂੰ ਨਿਮਰ ਰੱਖਣ ਅਤੇ ਸਾਡੇ ਹਨੇਰੇ ਵਾਲੇ ਪੱਖ ਨਾਲ ਨਜਿੱਠਣ ਦੀ ਜ਼ਰੂਰਤ ਹੈ ਤਾਂ ਕਿ ਸ਼ਾਊਲ ਦੀ ਕਹਾਣੀ ਕਿਤੇ ਸਾਡੀ ਕਹਾਣੀ ਨਾ ਬਣ ਜਾਏ। ਦੂਸਰੇ ਪਾਸੇ ਦਾਊਦ ਖੁਦ ਨੂੰ ਸਬਰ ਅਤੇ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੇ ਉਚਿਤ ਸਮੇਂ ਵਿੱਚ ਭਰੋਸਾ ਕਰਨ ਵਾਲੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਸ਼ਾਊਲ ਜਦ ਉਸ ਦਾ ਪਿੱਛਾ ਕਰਦਾ ਹੈ ਤਾਂ ਉਹ ਉਜਾੜ ਵਿੱਚ ਭੱਜ ਜਾਂਦਾ ਹੈ। ਦਾਊਦ ਦੇ ਕੋਲ ਸੋਚਣ ਦਾ ਹਰ ਕਾਰਨ ਸੀ ਕਿ ਪਰਮੇਸ਼ਵਰ ਨੇ ਉਸ ਨੂੰ ਤਿਆਗ ਦਿੱਤਾ ਸੀ, ਪਰ ਉਹ ਇਸ ਤਰ੍ਹਾਂ ਨਹੀਂ ਸੋਚਦਾ ਅਤੇ ਇਸ ਲਈ ਦਾਊਦ ਦੀ ਕਹਾਣੀ ਸਾਨੂੰ ਇਹ ਵਿਸ਼ਵਾਸ ਕਰਨ ਨੂੰ ਉਤਸ਼ਾਹਿਤ ਕਰਦੀ ਹੈ ਕਿ ਮਨੁੱਖੀ ਬੁਰਾਈ ਦੇ ਬਾਵਜੂਦ ਪਰਮੇਸ਼ਵਰ ਘਮੰਡੀਆਂ ਦਾ ਵਿਰੋਧ ਕਰਨ ਅਤੇ ਨਿਮਰ ਲੋਕਾਂ ਨੂੰ ਉੱਚਾ ਉਠਾਉਣ ਦੇ ਆਪਣੇ ਉਦੇਸ਼ ਨੂੰ ਪੂਰਾ ਕਰ ਰਹੇ ਹਨ। ਅਤੇ ਪਹਿਲੇ ਸ਼ਮੂਏਲ ਦੇ ਬਾਰੇ ਵਿੱਚ ਬਸ ਇੰਨਾ ਹੀ।